सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच ऊच अपार बेअंत स्वामी कौन जाने गुण तेरे गावते उदरे सुनते उदरे बिनसे पाप कनेरे पशु प्रेत मुगत को तारे वाहन पार उतारे नानक दास तेरी सरनाई सदा सदा बलिहारे बेशुमार अथाह अगनत अतुल है ज्यों बुलावह त्यों नानक दास बोलै परम सन्मान योग सत्कार योग गुरु प्यारी गुरु सवारी साध संगत जी दास ਵੱਲੋਂ फतेह बुलाई प्रवान करनी। वाहिगुरु जी का खालसा वाहिगुरु जी की फतेह। सतगुरु जी ने महान किरपा की अपने सारिया संगतां ते जो कुछ समय तो लैके पातशाह जी ने अपनी मेहर करके जो लड़ीवार कथा गुरबाणी की विचार बख्शिश की आप सारे लाहा लै रहे हैं। बड़ी देर तो पहला जपजी साहिब की संपूर्ण कथा हुई। हुण कुछ समा होया है और संगतां दे सहयोग नाल सब आप सहयोग आप संगतां दा है। प्यार दिंदे हो श्री जाप साहिब जी की पावन बाणी की विचार हो रही है। जाप साहिब कलगीधर पातशाह जी दे रसना तो उचारण की हुई पावन बाणी का नाम है। कल दे दिन 78 नंबर पौड़ी तक विचार आप जी ने सरवण की सी और अगे हुण महाराज अगला छंद नवा छंद प्रारंभ करते हैं। आओ सारे प्रेम नाल सरवण करिए जी। रूआल छंद त्वै प्रसाद रूआल छंद अगे महाराज आरंभ करते हैं। रूआल शब्द रूआल का अर्थ कोश विच आया कि जिवें ललकारा मारना ललकारना ते बड़े प्यार वाला छंद है। और पातशाह जी इस छंद विच उस वाहिगुरु परमेश्वर के गुणों का कथन करते हैं कि किहड़े किहड़े गुणों के पातशाह जी वाहिगुरु जी धारनी हैं, किहड़े किहड़े गुण उन्हां विच मौजूद हैं, किड्डी वो हस्ती है। तो यह प्रसाद पातशाह कहते जिहड़ा रूवाल छंद है असीं वाहिगुरु परमेश्वर जी आप जी की किरपा नाल उचारदे हाँ। फिर किरपा करते ने आद रूप अनाद मूरत। वाहिगुरु जी आप जी का रूप सब तो पहला दा है। ऐसा रूप होर किसी ने धारण नहीं किया, ना ही होर किसी का रूप है। सब तो पहला दा ही आप जी का रूप है। ये रूप होर किसी दे विच नहीं पाया गया। अनाद मूरत जिहड़ी आप दी मूरत हुंदी हस्ती है वो आप जियां दी हस्ती भी आद तो रहत है।
ਇਹ ਨਹੀਂ ਕੋਈ ਕਹਿ ਸਕਦਾ ਇਸ ਸਮੇਂ ਤੋਂ ਵਾਹਿਗੁਰੂ ਜੀ ਆਏ ਹਨ ਇਸ ਹਸਤੀ ਵਿੱਚ, ਇਹ ਉਹਨਾਂ ਦੀ ਇਸ ਸਮੇਂ ਦੀ ਹਸਤੀ ਪ੍ਰਗਟ ਹੋਈ ਹੈ। ਨਹੀਂ, ਆਦਿ ਤੋਂ ਰਹਿਤ ਹੈ, ਅਜੂਨ ਪੁਰਖ ਅਪਾਰ। ਅਜੂਨ ਵਾਹਿਗੁਰੂ ਜੀ ਤੁਸੀਂ ਜੂਨੀਆਂ ਤੋਂ ਰਹਿਤ ਹੋ। ਅਜੂਨੀ ਆਇਆ ਮੂਲ ਮੰਤਰ ਸ਼ਬਦ। ਔਰ ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਦੀ ਜੂਨੀਆਂ ਵਿੱਚ ਨਹੀਂ ਆਉਂਦੇ, ਜੂਨੀਆਂ ਤੋਂ ਰਹਿਤ ਹੋ, ਜੰਮਣ ਮਰਨ ਤੋਂ ਰਹਿਤ ਹੋ। ਪੁਰਖ, ਪੁਰਖ ਸਭ ਨੂੰ, ਪੁਰਖ ਦਾ ਮਤਲਬ ਹੁੰਦਾ ਪ੍ਰਸ਼ਾਦ ਦੇਣ ਵਾਲਾ, ਜਾਂ ਪੁਰਖ ਹੁੰਦਾ ਸਾਰਿਆਂ 'ਚ ਵਿਆਪਕ ਹੈ, ਜਿਹੜਾ ਸਭ 'ਚ ਜੋਤ ਹੈ ਉਹਦੀ। ਜਾਂ ਪੁਰਖ ਦੇ ਅਰਥ ਕਈ ਆਉਂਦੇ ਨੇ, ਜਿਵੇਂ 18 ਨਰਕ ਦੱਸੇ ਨੇ ਅੱਗੇ। ਇੱਕ ਪੂ ਨਾਮੀ ਨਰਕ ਹੈ, ਉਸ ਨਰਕ ਦਾ ਨਾਮ ਪੂ ਹੈ। ਉਹ ਪਾਕ ਖੂਨ ਆਦਿਕ ਨਾਲ ਭਰੇ ਹੋਏ ਉੱਥੇ ਜਿਹੜੇ ਜੀਵ ਬੁਰੇ ਕਰਮ ਕਰਦੇ ਨੇ, ਨਿੰਦਿਆ ਚੁਗਲੀ ਪਾਪ ਕਰਦੇ ਨੇ, ਕਹਿੰਦੇ ਉਹਨਾਂ ਨੂੰ ਉਸ ਨਰਕ ਵਿੱਚ ਸੁੱਟਿਆ ਜਾਂਦਾ। ਉੱਥੇ ਬੜੀਆਂ ਸਜ਼ਾਵਾਂ ਹਨ। ਪਰ ਜਿਹੜਾ ਪੁਰਖ ਹੈ, ਜੇ ਪਰਮੇਸ਼ਰ ਨਾਲ ਜੁੜਾਂਗੇ, ਉਸ ਪੂਰਨਾਮੇ ਨਰਕ ਤੋਂ ਵੀ ਵਾਹਿਗੁਰੂ ਜੀ ਰੱਖਿਆ ਕਰਦੇ ਹਨ ਆਪਣੇ ਪਿਆਰਿਆਂ ਦੀ। ਅਪਾਰ ਤੁਸੀਂ ਬੇਅੰਤ ਹੋ ਮਹਾਰਾਜ, ਪਾਰਾਵਾਰ ਤੋਂ ਰਹਿਤ ਹੋ। ਸਰਬਮਾਨ ਤਿਰਮਾਨ ਦੇਵ, ਮਹਾਰਾਜ ਤੁਸੀਂ ਸਾਰਿਆਂ 'ਚ ਹੀ ਮਾਣਯੋਗ ਹੋ, ਮਾਣਨੀਕ ਹੋ, ਸਾਰੇ ਹੀ ਤੁਹਾਨੂੰ ਮੰਨਦੇ ਨੇ। ਫਿਰ ਦੱਸਿਆ ਤਿਰਮਾਨ ਦੇਵ, ਤਿੰਨੇ ਹੀ ਲੋਕ, ਮਾਤ ਲੋਕ, ਪਤਾਲ ਵਿੱਚ ਔਰ ਆਕਾਸ਼ ਵਿੱਚ ਹੋਰ ਕਿੰਨੇ ਲੋਕ ਨੇ, ਉਹ ਸਾਰੇ ਹੀ ਆਪ ਜੀ ਦੀ ਪੂਜਾ ਕਰਦੇ ਨੇ। ਆਪ ਜੀ ਨੂੰ ਦੇਵ ਰੂਪ, ਦੇਵਤਾ ਰੂਪ ਭਾਵ ਇਹ ਮੰਨਦੇ ਨੇ ਕਿ ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ, ਦਿੰਦੇ। ਸਭ ਤੁਹਾਡੀ ਹੀ ਸਾਰੇ ਪੂਜਾ ਹੁੰਦੀ, ਤੁਹਾਡੇ ਹੀ ਗੁਣ ਗਾਏ ਜਾਂਦੇ ਹਨ। 3 ਗੁਣ ਹਨ, ਰਜੋ ਤਮੋ ਸਤੋ। ਇਹਦੇ ਵਿੱਚ ਵੀ ਵੱਖਰੋ ਵੱਖਰੀ ਅਵਸਥਾ ਹੈ ਜੀਵਾਂ ਦੀ। ਇਹ ਵੀ ਆਪ ਜੀ ਦਾਈ ਜਸ ਕਥਨ ਕਰਦੇ ਹਨ। ਮਹਾਰਾਜ ਨੇ ਬਚਨ ਇੱਦਾਂ ਦੇ ਬਣ ਤ੍ਰਿਣ ਜਿਹੜੇ ਨੇ, ਮਹਾਰਾਜ ਕਹਿੰਦੇ ਨੇਤ ਨੇਤ, ਉਹ ਜਿਹੜੇ ਆਪ ਜੀਆਂ ਨੂੰ ਬੇਅੰਤ ਬੇਅੰਤ ਕਹਾ ਬਣਾ ਵਿੱਚ ਕੱਖ ਆਦਿਕ ਵੀ ਕਹਿੰਦੇ ਹਨ। ਅੱਗੇ ਕਥਾ ਸੁਣੀ ਹੈ ਆਪ ਜੀਆਂ ਨੇ। ਸਾਰੇ ਹੀ ਮੰਨਦੇ ਨੇ, ਸਾਰੇ ਹੀ ਤੁਹਾਡੀ ਪੂਜਾ ਕਰਦੇ ਨੇ। ਅਛੇਦ ਵਾਹਿਗੁਰੂ ਅਭੇਵ ਆਦ ਉਦਾਰ। ਅਭੇਵ ਤੁਸੀਂ ਭੇਦ ਤੋਂ ਰਹਿਤ ਹੋ, ਤੁਹਾਡਾ ਕੋਈ ਭੇਦ ਨਹੀਂ ਪਾ ਸਕਦਾ ਕਿ ਵਾਹਿਗੁਰੂ ਜੀ ਏਡੇ ਨੇ, ਇੱਦਾਂ ਦੇ ਨੇ, ਇੰਨੀ ਕਿਰਪਾ ਦੇ ਮਾਲਕ ਨੇ, ਇੰਨੀ ਸ਼ਕਤੀ ਹੈ ਉਹਨਾਂ 'ਚ, ਇਹ ਕੁਝ ਕਰਦੇ ਨੇ। ਬੰਦੇ ਦਾ ਭੇਦ ਅਸੀਂ ਪਾ ਲੈਂਦੇ ਥੋੜ੍ਹੇ ਸਮੇਂ 'ਚ, ਪਤਾ ਲੱਗ ਜਾਂਦਾ ਇੰਨੀ ਕੁ ਯੁੱਗ ਹੈ। ਵਾਹਿਗੁਰੂ ਜੀ ਤੁਸੀਂ ਭੇਦ ਤੋਂ ਰਹਿਤ ਹੋ। ਅਤੇ ਆਦ ਉਦਾਰ, ਉਦਾਰ ਹੁੰਦਾ ਖੁੱਲ੍ਹੇ ਦਿਲ ਵਾਲਾ, ਬਖਸ਼ਿਸ਼ਾਂ ਕਰਨ ਵਾਲਾ। ਇਹ ਬੰਦਾ ਹੁੰਦਾ ਉਹ ਬਹੁਤ ਪੁੰਨਦਾਨ ਕਰਦਾ, ਇਹਨੇ ਬਹੁਤ ਖੁੱਲ੍ਹੇ ਦਿਲ ਵਾਲਾ ਹੈ, ਪਰ ਉਹ ਵੀ ਕਈ ਵਾਰੀ ਸੰਕੋਚ ਕਰ ਲੈਂਦਾ। ਪਰ ਪਰਮੇਸ਼ਰ ਜੀ ਤੁਸੀਂ ਤਾਂ ਬਹੁਤ ਖੁੱਲ੍ਹੇ ਦਿਲ ਵਾਲੇ ਹੋ, ਬੜੀਆਂ ਦਾਤਾਂ ਦੇਈ ਜਾਂਦੇ ਹੋ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਆ ਬੜੇ ਖੁੱਲ੍ਹੇ ਦਿਲ ਵਾਲੇ ਆਦ ਤੋਂ ਹੀ ਹੋ ਤੁਸੀਂ। ਨਹੀਂ ਤੇ ਮਨੁੱਖ ਤੋਂ ਦੇਖੋ ਬਹੁਤ ਮਾਇਆ ਆ ਗਈ, ਥੋੜ੍ਹੀ ਖੁੱਲ੍ਹੇ ਦਿਲ ਵਾਲਾ ਹੋ ਜਾਂਦਾ ਕੋਈ ਕੋਈ ਮਨੁੱਖ ਹੁੰਦਾ। ਤੇ ਜੇ ਪਿੱਛੋਂ ਘਟ ਜਾਏ ਮਾਇਆ, ਪਰਮਾਤਮਾ ਘੱਟ ਕਰ ਦੇਵੇ, ਤੇ ਫਿਰ ਉਹਦਾ ਦਿਲ ਵੀ ਘਟ ਜਾਂਦਾ, ਉਹ ਫਿਰ ਬੜੀ ਸੰਕੋਚ ਕਰਦਾ। ਤੁਸੀਂ ਮਹਾਨ ਹੋ, ਉਦਾਰ ਦਿਲ ਹੋ ਤੁਸੀਂ ਮਹਾਰਾਜ। ਉਦਾਰ ਦਿਲ ਸ਼ੁਰੂ ਤੋਂ ਹੀ ਹੋ, ਆਦਿ ਤੋਂ ਹੀ ਹੋ। ਸਰਬ ਪਾਲਕ ਸਰਬ ਘਾਲਕ,
ਤੁਸੀਂ ਗਰੀਬ ਨਵਾਜ ਪ੍ਰਮਾਤਮਾ ਜੀ ਵਾਹਿਗੁਰੂ ਜੀ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ, ਪਾਲਣਾ ਕਰਦੇ ਹੋ ਸਾਰਿਆਂ ਦੀ। ਸਭ ਨੂੰ ਸਵਾਸ ਦਿੱਤੇ ਨੇ, ਭੋਜਨ ਦਿੰਨੇ, ਸਾਰਿਆਂ ਨੂੰ ਵਸਤਰ ਦਿੰਨੇ। ਉਹ ਜਿਵੇਂ ਜਿਵੇਂ ਜੀਵਾਂ ਦੀਆਂ 84 ਲੱਖ ਜੂਨ ਵਿੱਚ ਜਿੱਦਾਂ ਜਿੱਦਾਂ ਵੀ ਉਹਨਾਂ ਦੀਆਂ ਲੋੜਾਂ, ਉਹਨਾਂ ਦੀਆਂ ਲੋੜਾਂ ਤੁਸੀਂ ਪੂਰੀਆਂ ਕਰਦੇ ਹੋ। ਸਾਰਿਆਂ ਦੇ ਮਾਲਕ ਹੋ ਤੇ ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲੇ ਹੋ। ਸਰਬ ਘਾਲਕ, ਘਾਲਕ ਹੁੰਦਾ ਖਤਮ ਕਰਨਾ, ਮਾਰ ਦੇਣਾ, ਨਾਸ਼ ਕਰ ਦੇਣਾ, ਤੇ ਤੁਸੀਂ ਸਾਰਿਆਂ ਦੀ ਪ੍ਰਤਿਪਾਲਨਾ ਵੀ ਕਰਦੇ ਹੋ ਤੇ ਸਾਰਿਆਂ ਨੂੰ ਨਾਸ਼ ਵੀ ਕਰਨ ਵਾਲੇ ਹੋ। ਇਹ ਤੁਹਾਡੇ ਹੱਥ ਵਿੱਚ ਹੈ ਸਾਰਾ ਕੁਛ। ਸਰਬ ਕੋ ਪੁੰਨ ਕਾਲ, ਫਿਰ ਤੁਸੀਂ ਸਾਰਿਆਂ ਦਾ ਕਾਲ ਰੂਪ ਹੋ। ਸਰਬ ਕੋ ਪੁੰਨ ਕਾਲ, ਪੁੰਨ ਦੁਆਰੇ ਫਿਰ ਤੁਸੀਂ ਸਾਰਿਆਂ ਦਾ ਕਾਲ ਰੂਪ ਵੀ ਹੋ ਮਹਾਰਾਜ। ਜਤਰ ਤਤਰ ਵਿਰਾਜ ਹੀ, ਤੁਸੀਂ ਜਤਰ ਜਿੱਤੇ, ਜਿੱਥੇ ਤੇ ਤਤਰ ਕਿੱਥੇ, ਹਰ ਜਗ੍ਹਾ ਹੀ ਭਾਵ ਇੱਥੇ ਉੱਥੇ ਸਾਰੇ, ਹਰ ਥਾਂ ਤੇ ਵਿਰਾਜ ਹੀ। ਵਿਰਾਜ ਹੀ ਕਈ ਵਾਰੀ ਅਸੀਂ ਸੁਣਦਾ ਪਾਠ, ਮੈਂ ਵਿਰਾਜ ਹੀ ਨਹੀਂ, ਵਿਰਾਜ ਹੀ, ਬਾਬੇ ਨੂੰ ਸ਼ਿਹਾਰੀ ਹੋਣ ਕਰਕੇ ਵਿਰਾਜ ਹੀ। ਪਾਣੀ ਨਾਲ ਨਾਲ ਸ਼ੁੱਧ ਵੀ ਜਿੰਨਾ ਕੁ ਚਲੋ ਦਾਸ ਨੂੰ ਮਹਾਰਾਜ ਨੇ ਗਿਆਨ ਦਿੱਤਾ, ਮੈਂ ਦੱਸ ਦਿੰਦਾ ਸੰਗਤ ਨੂੰ। ਜਤਰ ਤਤਰ ਵਿਰਾਜ ਹੀ, ਜਤਰ ਤਤਰ ਸ਼ਬਦ ਵੀ ਜ਼ੋਰ ਲਾ ਕੇ ਬੋਲਣਾ, ਜਤਰ ਤਤਰ ਨਹੀਂ ਕਹਿਣਾ। ਜਤਰ ਤਤਰ ਵਿਰਾਜ ਹੀ, ਉਹ ਹਰ ਜਗ੍ਹਾ ਹੀ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਵਿਰਾਜਦੇ ਹੋ, ਮੌਜੂਦ ਹੋ। ਅਵਧੂਤ ਰੂਪ ਰਸਾਲ, ਅਵਧੂਤ ਦਾ ਅਤੀਤ ਰੂਪ ਹੈ ਜਿਹੜਾ, ਜਿਹਨੂੰ ਚਿੰਤਾ ਹੀ ਨਹੀਂ ਕਿਸੇ ਦੀ। ਅਵਧੂਤ ਪੁਰਖ ਹੁੰਦੇ, ਮਨੁੱਖ ਹੁੰਦੇ ਕਈ, ਉਹਨਾਂ ਨੂੰ ਅਵਧੂਤ ਕਹਿੰਦੇ ਨੇ। ਉਹਨਾਂ ਨੂੰ ਪਰਵਾਹ ਹੀ ਨਹੀਂ ਕਿਸੇ ਦੀ, ਨਾ ਕਿਸੇ ਨਾਲ ਗੱਲ ਕਰਨੀ, ਨਾ ਲੈਣਾ ਨਾ ਦੇਣਾ, ਨਾ ਕੋਈ ਚਿੰਤਾ, ਨਾ ਕੋਈ ਫਿਕਰ। ਉਹ ਐਸੇ ਅਵਧੂਤ ਮਨੁੱਖ ਹੁੰਦੇ ਹਨ। 47 ਵਿੱਚ ਜਦੋਂ ਵੰਡ ਹੋਈ ਹੈ ਨਾ ਹਿੰਦੁਸਤਾਨ ਪਾਕਿਸਤਾਨ ਦੀ, ਇੱਕ ਜਗਰਾਉਂ ਕੋਲ ਅਵਧੂਤ ਪੁਰਖ ਰਹਿੰਦੇ, ਇੱਕ ਉਹਨਾਂ ਚੇਲਾ ਸੀ, ਮਸਤ ਵੀ ਕਹਿ ਦਿੰਦੇ ਉਹਨੂੰ। ਉਹ ਜਦੋਂ ਸਾਡੀ ਵੰਡ ਹੋਈ ਹੈ ਤੇ ਜਿਹੜੇ ਮੁਸਲਮਾਨ ਇੱਧਰੋਂ ਗਏ ਉਹ ਰੋਂਦੇ ਗਏ ਉੱਧਰ ਨੂੰ, ਪਾਕਿਸਤਾਨ ਵੱਲ ਨੂੰ। ਇੱਥੋਂ ਸਾਰਾ ਕੁਛ ਛੱਡਣਾ, ਕਾਰੋਬਾਰ, ਸਾਜੋ ਸਮਾਨ, ਜ਼ਮੀਨ ਦਾ। ਸਾਡੇ ਉੱਧਰੋਂ ਜਿਹੜੇ ਸਿੱਖ ਸਨ ਉਹ ਉੱਧਰੋਂ ਰੋਂਦੇ ਆਏ, ਛੱਡ ਕੇ ਆਉਣਾ ਔਖਾ ਸਾਰਾ ਕੁਛ। ਤੇ ਉਹ ਜਿਹੜੇ ਅਵਧੂਤ ਸੀ, ਮਸਤ ਸੀ, ਉਹ ਜਦੋਂ ਇੱਦਾਂ ਜਾਣ ਲੱਗੇ, ਉਹ ਨਾਲ ਦੇ ਮੁਸਲਮਾਨ ਰੋਣ, ਚਾਂਗਾ ਮਾਰਨ। ਉਹਨਾਂ ਕੋਲੇ ਚੇਲਾ ਗੁਰੂ ਸਨ, ਉਹਨਾਂ ਕੋਲੇ 2 ਪੀਪੇ ਰੱਖੇ ਸੀ, ਉਹਦੇ ਵਿੱਚ ਥੋੜ੍ਹੇ ਜਿਹੇ ਕੱਪੜੇ ਆਪਣੇ ਪਾ ਕੇ ਨਾ, ਡਾਂਗ ਵਿੱਚ 2 ਪੀਪਿਆਂ ਦੱਸੀਆਂ ਬੰਨ੍ਹ ਕੇ ਡਾਂਗ ਵਿੱਚ ਪਾ ਕੇ, ਜਿਵੇਂ ਜੋਗੀ ਝੋਲੀਆਂ ਪਾਈ ਫਿਰਦੇ ਹੁੰਦੇ, ਦੋਨਾਂ ਨੇ ਚੱਕ ਲਿਆ। ਤੇ ਵੱਡਾ ਜਿਹੜਾ ਗੁਰੂ ਉਹ ਕਹਿਣ ਲੱਗਾ, ਚੱਲ ਪੁੱਤ, ਚੱਲ ਗਏ। ਕਹਿੰਦੇ ਸਵਾਦ ਆ ਗਿਆ ਮਸਤ ਪੁਣੇ ਦਾ, ਅੱਜ ਸਵਾਦ ਆ ਗਿਆ ਅਵਧੂਤ ਪੁਣੇ ਦਾ, ਅੱਜ ਦੁਨੀਆ ਰੋਂਦੀ ਜਾਂਦੀ ਹੈ। ਇਸ ਕਰਕੇ ਜਿਹੜੇ ਅਵਧੂਤ ਹੁੰਦੇ ਅਤੀਤ ਰੂਪ ਹੁੰਦੇ ਨੇ, ਤੇ ਵਾਹਿਗੁਰੂ ਪਰਮੇਸ਼ਰ ਵੀ ਐਸੇ ਹੀ ਨੇ। ਸ੍ਰਿਸ਼ਟੀ ਨਾਸ਼ ਹੁੰਦੀ ਹੈ ਤੇ ਸਾਡਾ ਕੋਈ, ਅਸੀਂ ਸਾਰੇ ਬਾਣੀ ਕਹਿੰਦੇ ਉਹਦੇ ਪੁੱਤਰ ਨੇ, ਬੱਚੇ ਨੇ ਸ੍ਰਿਸ਼ਟੀ। ਉਹ ਤਾਂ ਪ੍ਰਤੱਖ ਪਹਿਲਾਂ ਵੀ ਦੇਖਿਆ ਕਿ ਕਲਗੀਧਰ ਪਾਤਸ਼ਾਹ ਜੀ ਦੇ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ, ਬਾਬਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ। ਪਾਤਸ਼ਾਹ ਜੀ ਗੜੀ ਤੇ ਖੜ ਕੇ ਬੋਲੇ ਸੋ ਨੇ ਹਲ ਦਾ ਜਕਾਰਾ ਲਵਾਉਂਦੇ ਨੇ, ਖੁਸ਼ ਹੁੰਦੇ ਨੇ, ਖੁਸ਼ੀ ਕਰਦੇ ਨੇ। ਤੇ ਇਹ ਵੀ ਗੱਲ ਛੱਡੋ, ਪਰਮਾਤਮਾ ਜਦ ਇਸ ਸ੍ਰਿਸ਼ਟੀ ਨੂੰ ਨਾਸ਼ ਕਰਦਾ, ਉਹਨੂੰ ਚਿੰਤਾ ਥੋੜ੍ਹਾ ਕੋਈ ਆਪਣੇ ਆਨੰਦ ਵਿੱਚ ਆ ਕਿ ਮੇਰੇ ਬੱਚੇ ਨੇ ਸਾਰਾ ਕੁਛ ਇੰਨਾ ਬਣਾਇਆ, ਇਹ ਹੁਣ ਢਾਉਣ ਲੱਗਾ ਮੈਂ।
खत्म कर लगा परलों आउंदी है, महापरलों आउंदी है। वो अवधूत रूप अतीत रूप परमेश्वर जी हैं। तुसीं अतीत रूप हो, अवधूत रूप हो। रूप रसाल, रूप ने दोने पासे लग जाना। और रसाल है जिहड़ा, तुसीं रसां दा रस आल जदों अर्थ करते हैं, जिवें रसाले शब्द पढ़ते हैं जपजी साहिब विच रहरास विच, उही है गल। रस आले हुंदा रसां दा घर, आले हुंदा घर। जिवें विद्याला विद्या दा घर, पाठशाला पाठ करन दी ओ जगह, जिद्दां आला हुंदा घर। तुसीं रसां दे घर हो, सोमे हो महाराज। नाम ठाम ना जात जा कर, नाम तुहाडा कोई वाहिगुरू जी नाम नहीं है। असल विच नाम तो नाम विहीन भी पाठ है। तुसीं नाम तो बिना हो ते ठाम हुंदा घर। ना तुहाडा कोई नां है, ना तुहाडा कोई खास थां है, तुहाडी घर बार है, कित्थे रहिंदे हो तुसीं तां इहो जग सच्चे की है, कोहड़ी सच्चे का विचवास। तुसीं तां जीवां दे अंदर विराजमान हो, जोत तुहाडी जिवें साडे घर बनाए हुए ने। ये वक्री गल, असीं अपने घरां नूं भी सवारदे हां, पोचे लाउने हैं, पलस्तर करते हैं, रंग करते हैं, ते चाहुंदे तां वाहिगुरू भी साडे घर सुंदर होण। ये मनुख नाम जपण वाला होवे, साफ सूरत होवे, सुंदर वस्त्र पाए, सुंदर क्रिया करे, वो किते सवारदा नहीं। जिन तू साज सवार सिगारिया, गर्भ अगन में जिन्हें उभारिया। महाराज ये सवारदे, असीं नहीं सवरदे, वो सानू सवारदे आ। घर है ना उन्हां दा, फिर अपने घर नूं सवारदा हरेक मनुख। परमात्मा भी सवारदे आ। जे प्रसाद तेरा सुंदर रूप, असीं सवरना नहीं चाहुंदे। फिर पूरा सतगुर क्या करे जो सिखा मैं चूक, जो साडे विच भुल्लां ने, साडे विच भुल्लां चुक्कां ने, साडे विच ही कमी हो, पूरा गुरु फिर की करे। वो किते सवारदा नहीं, वो भी सवारदा, पर असीं सवरना नहीं चाहुंदे। असीं अमृत छक के नाम जपना अभ्यास करना नहीं चाहुंदे। जे अमृत छक भी लिया असीं, चलो अमृतधारी हो गए, पर सवरदे नहीं। असीं बाणी दा अभ्यास नहीं करदे, सेवा नहीं करते, अंदर की शांति नहीं बनाते। इस कर महाराज ये उन्हां दा घर है, वो सवारदे ने, पर करे कोई की हुण। नाम ठाम ना जात जाकर, जाकर पाठ, कई जाकर पाठ कर दें, जाकर माड़ा जिहा स्पेस दे के, फिर सुंदर पाठ लगता है, शुद्ध हो जाता है। नाम ठाम ना जात जा कर, पातशाह जी कहते उन्हां दा कोई नाम नहीं, कोई रहन वाली खास जगह नहीं, ते ना कोई जात है उन्हां दी। रूप रंग ना रेख, उन्हां दा कोई ना रूप है किदां दा, ना रंग काला है चिट्टा है, वो काया ही नहीं है जद उन्हां दी प्रकाश रूप जोत रूप हैं, निर्मल रूप हैं। ना उन्हां दा कोई रूप है ते ना ही उन्हां दा कोई रंग है। रेख रेख जिवें मत्थे ते रेखावां, पैरां दीयां तलियां ते रेखावां, हत्थां ते रेखावां इत्यादि हुंदियां, इदां दीयां नहीं उन्हां दे हन। रेखावां तो भी बिना हन वाहिगुरू परमेश्वर जी। फिर कहंदे आद पुरख, वो सब दा मुੱਢ रूप है परमेश्वर। उदार मूरत ਅਤੇ ਪੁਰਖ ਹੁੰਦਾ ਸਰਵ-ਵਿਆਪਕ। ਉਦਾਰ ਮੂਰਤ ਖੁੱਲੇ ਦਿਲ ਵਾਲਾ ਹੈ, ਉਹਦੀ ਹਸਤੀ ਖੁੱਲੇ ਦਿਲ ਵਾਲੀ ਹੈ, ਖੁੱਲਾ ਕੰਮ ਉਹਦਾ ਬਹੁਤ। ਉਹ ਤਾਂ ਜਦੋਂ ਬਖਸ਼ਿਸ਼ਾਂ ਕਰਦਾ ਫਿਰ ਉਹ ਦੇਖਦਾ ਵੀ ਇਹਨੂੰ ਇੰਨਾ ਹੀ ਦਿੱਤਾ, ਉਹ ਦੇਣ ਹੀ ਲੱਗ ਜਾਂਦਾ, ਫਿਰ ਦੇ ਹੀ ਜਾਂਦਾ, ਦੇ ਹੀ ਜਾਂਦਾ, ਦੇ ਹੀ ਜਾਂਦਾ। ਇਹ ਮਨੁੱਖ ਕਹਿ ਦਿੰਦਾ ਵੀ ਬਸ ਬਹੁਤ ਦਿੱਤਾ ਪਰਮਾਤਮਾ ਨੇ। ਬੇਅੰਤ ਬਖਸ਼ਿਸ਼ਾਂ ਵਾਲਾ ਹੈ,
ਅਜੂਨ ਉਹ ਜੂਨਾਂ ਤੋਂ ਰਹਿਤ ਹੈ। ਆਦ ਰੂਪ ਆਦ ਰੂਪ ਹੈ। ਅਸੇਖ ਉਹ ਸੰਪੂਰਨ ਹੈ, ਉਹਦੇ ਵਿੱਚ ਕਮੀ ਨਹੀਂ ਕੋਈ। ਜਿਵੇਂ ਸ਼ੇਖ ਹੁੰਦੇ, ਕੱਪੜੇ ਵਿੱਚ ਸ਼ੇਖ ਹੋਣ ਤੇ ਉਹ ਕੱਪੜਾ ਪੂਰਾ ਕੰਮ ਨਹੀਂ ਕਰ ਸਕਦਾ, ਫਿਰ ਪੂਰੀ ਗਰਮੀ ਨਹੀਂ ਰੋਕੇਗਾ, ਹਵਾ ਨਹੀਂ ਰੋਕੇਗਾ। ਸ਼ੇਖ ਆਦਿਕ ਹੁੰਦੇ ਨੇ, ਇਹ ਨਹੀਂ ਹੈ ਉਹਦੇ ਵਿੱਚ। ਸ਼ੇਖਾਂ ਤੋਂ ਬਿਨਾਂ ਹੈ, ਭਾਵ ਕਮੀ ਨਹੀਂ ਹੈ, ਉਹ ਪੂਰਨ ਹੈ, ਸੰਪੂਰਨ ਹੈ। ਦੇਸ਼ ਔਰ ਨਾ ਭੇਸ ਜਾ ਕਰ, ਨਾ ਹੀ ਉਹਦਾ ਆਪਣਾ ਕੋਈ ਖਾਸ ਦੇਸ਼ ਹੈ। ਦੇਸ਼ ਤਾਂ ਸਾਡੀ ਵੰਡ ਕੀਤੀ ਹੋਈ। ਦੇਸ਼ ਔਰ ਅਤੇ ਨਾ ਭੇਸ ਜਾ ਕਰ, ਨਾ ਹੀ ਕੋਈ ਉਹਨਾਂ ਦਾ ਭੇਖ ਹੈ, ਕੋਈ ਨਾ ਦੇਸ਼ ਹੈ, ਨਾ ਉਹਨਾਂ ਦਾ ਕੋਈ ਭੇਸ ਹੈ। ਰੂਪ ਰੇਖ ਨਾ ਰਾਗ, ਨਾ ਉਹਨਾਂ ਦਾ ਕੋਈ ਰੂਪ ਹੈ, ਨਾ ਉਹ ਰੇਖਾਵਾਂ ਆਦਿਕ ਹਨ ਉਹਨਾਂ ਦੇ ਸਰੀਰ ਤੇ, ਚਿੰਨ੍ਹ ਹਨ ਭਾਵ ਕੋਈ। ਨਾ ਹੀ ਰਾਗ ਹੁੰਦਾ ਮੋਹ ਪ੍ਰੇਮ, ਨਾ ਹੀ ਉਹਦਾ ਕੋਈ ਮੋਹ ਹੈ ਕਿਸੇ ਨਾਲ, ਪ੍ਰੇਮ ਹੈ ਕਿਸੇ ਨਾਲ। ਉਹ ਕੁਛ ਨਹੀਂ ਹੈ। ਰੂਪ ਰੇਖ ਨਾ ਰਾਗ, ਉਹਦਾ ਮੋਹ ਨਹੀਂ ਹੈ ਕਿਸੇ ਨਾਲ। ਹਾਂ, ਉਹ ਆਪ ਨਹੀਂ ਮੋਹ ਕਿਸੇ ਨਾਲ। ਜਦੋਂ ਅਸੀਂ ਉਹਦੇ ਨਾਲ ਪ੍ਰੇਮ ਕਰਦੇ, ਫਿਰ ਉਹ ਪਿਆਰ ਕਰਦਾ, ਪ੍ਰੇਮ ਕਰਦਾ, ਪਰ ਆਪਣਾ ਉਹਦੇ ਨਾਲ ਉਹਦਾ ਕਿਸੇ ਨਾਲ ਮੋਹ ਨਹੀਂ ਹੈ ਕੋਈ। ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜੱਤਰ ਤੱਤਰ ਜੋੜ ਲਾ ਕੇ ਬੋਲਣਾ, ਜਿੱਥੇ ਕਿੱਥੇ, ਦਿਸ਼ਾ ਵਿਸ਼ਾ ਹਰ ਦਿਸ਼ਾ ਵਿੱਚ, ਹਰ ਪਾਸੇ। ਹੋਏ ਫੈਲਿਓ ਅਨੁਰਾਗ, ਅਨੁਰਾਗ ਹੁੰਦਾ ਪ੍ਰੇਮ, ਪਿਆਰ ਰੂਪ ਹੋ ਕੇ ਫੈਲਿਆ ਹੋਇਆ ਹੈ ਸਾਰੇ ਹੀ। ਉਹ ਤਾਂ ਪਿਆਰ ਕਰਦਾ ਤਾਂ ਨੇ ਅਸੀਂ ਉਹਨੂੰ ਪਿਆਰਾ ਕਹਿੰਦੇ ਹਾਂ, ਪ੍ਰੀਤਮ ਕਹਿੰਦੇ ਹਾਂ। ਉਹ ਸਾਰੇ ਹੀ ਫੈਲਿਆ ਹੋਇਆ ਵਾਹਿਗੁਰੂ ਜੀ। ਅੱਗੇ ਕਹਿੰਦੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਮ ਕਾਮ ਵਿਹੀਨ ਪੇਖਤ। ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਨਾਮ ਔਰ ਕਾਮਨਾ ਤੋਂ ਰਹਿਤ ਵੇਖਿਆ ਜਾਂਦਾ। ਜਿਹਨੇ ਵੀ ਉਹਦੀ ਪ੍ਰਾਪਤੀ ਕੀਤੀ ਹੈ, ਉਹ ਫਿਰ ਦੱਸਦਾ ਵੀ ਉਹਦਾ ਕੋਈ ਨਾਮ ਨਹੀਂ ਤੇ ਉਹ ਕਾਮਨਾ ਤੋਂ ਵੀ ਬਿਨਾਂ ਵੇਖਿਆ ਜਾਂਦਾ। ਧਾਮ ਹੂੰ ਨਹਿ ਜਾਹੇ, ਅਤੇ ਜਿਸ ਦਾ ਕੋਈ ਖਾਸ ਘਰ ਨਹੀਂ ਜਿੱਥੇ ਉਹ ਜਾ ਕੇ ਬਹਿੰਦਾ। ਸਰਬ ਮਾਨ ਸਰਬੱਤਰ ਮਾਨ, ਸਾਰੇ ਉਸ ਨੂੰ ਮੰਨਦੇ ਹਨ ਤੇ ਹਰ ਥਾਂ ਤੇ ਉਹਦੀ ਪੂਜਾ ਹੁੰਦੀ ਹੈ। ਸਰਬ ਮਾਨ ਸਾਰੇ ਮੰਨਦੇ ਨੇ, ਸਰਬੱਤਰ ਮਾਨ ਤੇ ਉਹਦੀ ਪੂਜਾ ਹੁੰਦੀ ਹਰ ਥਾਂ, ਸਰਬੱਤਰ ਹਰ ਜਗ੍ਹਾ। ਸਦੈਵ ਮਾਨਤ ਤਾਹੇ, ਤਾਨੇ ਤਾਂ ਉਹ ਸਦਾ ਸਾਰੇ ਉਸ ਨੂੰ ਮੰਨਦੇ ਨੇ। ਏਕ ਮੂਰਤ ਅਨੇਕ ਦਰਸ਼ਨ, ਉਹ ਮੂਰਤ ਹਸਤੀ ਇੱਕੋ ਹੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ। ਉਸ ਹਸਤੀ ਦੁਆਰਾ ਉਹ ਫਿਰ ਅਨੇਕਾਂ ਰੂਪਾਂ ਜਾ ਕੇ ਦਰਸ਼ਨ ਦੇ ਕੇ ਕਿਰਪਾ ਕਰਦਾ ਹੈ, ਅਨੇਕਾਂ ਰੂਪਾਂ 'ਚ ਆ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਬਾਲਾ ਪ੍ਰੀਤਮ ਦੇ ਰੂਪ ਵਿੱਚ ਸ੍ਰੀ ਪਟਨਾ ਸਾਹਿਬ ਦੀ ਧਰਤੀ 'ਤੇ ਗੰਗਾ 'ਤੇ ਖੇਡਣ ਜਾਂਦੇ। ਉੱਥੇ ਅੱਜ ਵੀ ਸਥਾਨ ਹੈ ਕਿ ਪੰਡਿਤ ਸ਼ਿਵਦੱਤ ਆਪਣੀ ਪੂਜਾ ਵਿੱਚ ਲੱਗਾ ਰਹਿੰਦਾ। ਮਹਾਰਾਜ ਉੱਥੇ ਖੇਡਣ ਚਲੇ ਜਾਂਦੇ ਨੇ। ਉਹਦਾ ਪਿਛਲਾ ਕਰਮ ਸੀ ਕੋਈ, ਉਹ ਆਪਣੇ ਰਾਮ ਕ੍ਰਿਸ਼ਨ ਦੀ ਪੂਜਾ ਕਰਦੇ ਨੇ ਤੇ ਮੂਹਰੇ ਲੱਡੂ ਰੱਖ ਕੇ ਭੋਗ ਲਵਾਉਂਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ। ਗੋਬਿੰਦ ਰਾਏ ਜੀ ਬਾਲਾ ਪ੍ਰੀਤਮ ਜੀ ਉਹ ਲੱਡੂ ਚੱਕ ਕੇ ਛਕ ਜਾਂਦੇ ਨੇ, ਫਿਰ ਦੌੜ ਜਾਂਦੇ ਨੇ। ਉਹ ਬੜਾ ਦੁਖੀ ਹੁੰਦਾ। ਕਈ ਵਾਰ ਪਿੱਛੋਂ ਆ ਕੇ ਉਹਦੇ ਨਾਲ ਪ੍ਰੇਮ ਵੀ ਕਰਦੇ ਨੇ, ਉਹਦੀਆਂ ਅੱਖਾਂ 'ਤੇ ਹੱਥ ਰੱਖ ਕੇ ਪੰਡਿਤ ਜੀ ਝਾਤ ਆਦਿਕ ਵਚਨ ਬੋਲਦੇ ਹਨ। ਪੰਡਿਤ ਸ਼ਿਵਦੱਤ ਬਹੁਤ ਦੁਖੀ ਹੋਇਆ। ਉਹਨੇ ਜਾ ਕੇ ਮਾਤਾ ਜੀ ਨੂੰ ਆ ਕੇ ਘਰ ਵਿੱਚ ਸਥਾਨ 'ਤੇ
जिथे तख्त साहिब है उत्थे बेनती की। ये ठीक है, तुहाडा लाल है जिहड़ा मैं सत्कार करदा, बड़ा प्रेम वाला है, सुंदर है। उधर बच्चों नाल खेडण जांदा मेरे द्वारे वाले पासे गंगा ते, इस करके इदां शरारतां करदा है। शरारत चंगी नहीं, मैं तो भगवान नूं भोग लाउण वास्ते मठियाई रखदा है, चुक के खा जांदा। माता जी ने, गुजर कौर जी ने कहा, लाल जी ये पंडित जी शिकायत करते ने, इदां क्यों करदे? कहंदे नाले तां सानूं कहंदा भोग लाओ, नाले जो दसी ये करिया, नाले गुस्सा करदा। पंडित जी कहण लगे मैं तां राम जी अगे भोग लाउणा। पातशाह कहण लगे पंडित जी तैनूं भुलेखा पिया, एक रूप ही है सारा कुछ। कहंदे फिर मैनूं जे उही रूप है उहदे विच दर्शन दिओ आ के। कहण लगे तुसीं जी नेत्र बंद करो, जिथे कहंदे खोलो। नेत्र खोले, जिथे गोबिंद राय खड़े सन उत्थे राम जी धनुषधारी हो के खड़े हैं। फिर बेनती की, हले मन का शंका है, तुसीं कृष्ण रूप हो के दर्शन दो, वो भी दिते। इस करके उहदे भुलेखे सारे दूर कर दिते। फिर वो नमस्कार की है, उन्हें खिमा मंगी है, भुल बख्शाई है। एक मूर्त अनेक दर्शन, कीन रूप अनेक। फिर कहते खेल खेल अखेल खेलन, अंत को फिर एक। वो फिर खेल नूं खेलदा है, बाप सृष्टि बना लैंदा अपनी। कि बच्चे नहीं खेड कोई बनाउंदे, खेडदे आ फिर उहनूं ढा दिंदे आ, अपनी बनी हुई खेड नूं फिर उहनूं बना लैंदे आ। इदां ही परमात्मा खेल खेल अखेल खेलन, खेल खेल अर्थ देखियो, खेल खेल अखर उही ने, खेल हुंदी खेल, जिहड़ी खेल है। फिर दूजा अर्थ है खेल उहनूं खेलना, खेल खेल अखेल खेलन, अंत को एक। वो जद खेल नूं खेडदा है, दूजा अर्थ है खेडना, उस सृष्टि नूं बना लैंदा है, उहनूं रोजी दिंदा है। कोई अमीर बना दिंदा है, कोई गरीब बना दिंदा है, कोई चंगा कोई माड़ा, कोई निमरता वाला कोई होमे वाला, कोई किदां खेडां बना के संसार उदां चली जांदा। बाद विच खेड नूं खत्म करके भाव अखेल हो जाता है, महापरलों आ जाती है। बाद विच इकल्ला ही रह जाता। फिर खेल खेल अखेल खेलन, अंत को फिर एक। फिर सतगुरु जी कहते वो खेड नूं जो खेडदा है, सृष्टि बनाउंदा, फिर अखेल हुंदा है। खेलन तो जो अखेल हुंदा है, महापरलों हुक्म च आ जाती है। फिर अंत को फिर एक, फिर वो अखीर नूं कल्ला ही एक रूप हो के बह जाता। सो अज दी इन्नी सेवा प्रवान करनी, रहिंदी सेवा कल विचारांगे। होइयां भुल्लां बख्शणियां जी साध संगत, छोटा जान के भुल्लां बख्श के नवाजिश करनी और वाहिगुरू दे चरनां च अरदास करनी। पातशाह जी तुसीं किरपा करो, ये जो सेवा बख्शी है, सेवा करन दी बल बुद्धि बख्शना, निमरता बख्शनी, संगत की सेवा बख्शनी। गुरु साहब जी अपनी सेवा बख्शो, हमेशा एकाग्रता च रखो, आनंदमय जीवन रखो, किरपा रखो महाराज। नितनेम सेवा से बनने वाला आप सारे जुड़े रहिए। आप संगतां वास्ते मैं अरदास करदा, गुरु पातशाह जी तुहानूं सत संतोख दया खिमा धीरज सहज विराग और शुभ गुण बख्शिश करके सब दी निवाजिश करन। सो अज दीआं इन्नियां बेनतियां प्रवान भुल्लां बख्शिओ जी। वाहिगुरू जी का खालसा, वाहिगुरू जी की फतेह।